अस्सलाम वालेकुम। आप देख रहे हैं मुहाफ़िज़ पाकिस्तान टीवी और मेरा नाम है हसीब और रहमान। आज हमारे साथ यूनान से एक ऐसी शख्सियत मौजूद हैं कि जिन्होंने सोशल मीडिया से लेकर और अपनी ज़िंदगी के हवाले से बहुत ज़्यादा नाम कमाया और टिकटॉक के हवाले से और जितनी भी सोशल ऐप्स हैं उन पर बहुत ज़्यादा गिफ्टिंग की। तो हमारे साथ मौजूद हैं मुख्तार अहमद। आए उनसे गुफ्तगू करते हैं और उनकी ज़िंदगी के हवाले से भी चंद बातें आपसे शेयर करते हैं। जी अस्सलाम वालेकुम। वालेकुम अस्सलाम आसिफ भाई। अच्छा, ਤੁਹਾਡਾ ਮੁਕੰਮਲ ਨਾਂ ਕੀ ਹੈ ਤੇ ਪਾਕਿਸਤਾਨ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਹੋ? मेरा मुकम्मल नाम मुख्तार अहमद बसरा है, लेकिन सोशल मीडिया ਦਾ ਜਿਹੜਾ ਉਹ ਮੁਖਤਾਰ ਦੇ ਨਾਂ ਤੋਂ ਨਹੀਂ ਲੋਕੀ ਜਾਣਦੇ। ਮੈਨੂੰ ਸ਼ਹਿਨशाह ਸਰਕਾਰ ਦੇ ਨਾਂ ਤੋਂ ਲੋਕੀ ਜਾਣਦੇ ਨੇ। ਡਿਸਟ੍ਰਿਕਟ ਮੇਰਾ ਮੰਡੀ ਬਾਵਲਦੀਨ ਨੇ। ਅੱਛਾ, ਯੂਨਾਨ 'ਚ ਤਕਰੀਬਨ ਕਿੰਨਾ ਅਰਸਾ ਤੁਸੀਂ ਗੁਜ਼ਾਰਿਆ? ਤਕਰੀਬਨ 10 ਸਾਲ ਹੋ ਗਏ ਨੇ ਮੈਨੂੰ। ਤੇ ਯੂਨਾਨ 'ਚ ਤੁਸੀਂ 10 ਸਾਲ ਗੁਜ਼ਾਰੇ ਨੇ। ਸ਼ਾਦੀशुदा ਪਾਕਿਸਤਾਨ ਜਾਂ ਫਿਲਹਾਲ ਇਸ ਤਰ੍ਹਾਂ ਹੀ? ਜੀ ਬਿਲਕੁਲ ਸ਼ਾਦੀशुदा ਔਰ 3 ਸ਼ਾਦੀਆਂ ਕੀਤੀਆਂ ਨੇ ਮੈਂ। ਅੱਛਾ ਮਾਸ਼ਾਅੱਲਾ, ਤੁਸੀਂ 3 ਸ਼ਾਦੀਆਂ ਕੀਤੀਆਂ ਨੇ ਔਰ ਯੂਨਾਨ 'ਚ ਵੀ ਸ਼ਾਦੀ ਕੀਤੀ ਜਾਂ 3 ਪਾਕਿਸਤਾਨੀ ਕੀਤੀ? ਨਹੀਂ, ਫਿਲਹਾਲ ਯੂਨਾਨ ਵਿੱਚ ਕੋਈ ਅਗਰ ਮੇਰੇ ਮਿਆਰ ਦੇ ਮੁਤਾਬਕ ਅਗਰ ਕੋਈ ਬੀਬੀ ਲੱਭ ਜਾਂਦੀ ਹੈ ਤੇ ਚੌਥੀ ਵੀ ਕੜਕਾ ਦੇਵਾਂਗੇ। ਅੱਛਾ ਜੀ, ਤੁਸੀਂ 3 ਸ਼ਾਦੀਆਂ ਮਾਸ਼ਾਅੱਲਾ ਕੀਤੀਆਂ ਨੇ ਤੇ ਯੂਨਾਨ 'ਚ ਵੀ ਤੁਸੀਂ ਕਰਨਾ ਚਾਹੁੰਦੇ ਹੋ ਜੇ ਕੋਈ ਮਿਲ ਜਾਏ ਤੇ? ਬਿਲਕੁਲ। ਲੇਕਿਨ ਮਿਆਰ ਤੋਂ ਕੀ ਮੁਰਾਦ, ਯਾਨੀ ਕਿਸ ਤਰ੍ਹਾਂ ਦੀ ਤੁਹਾਨੂੰ ਚਾਹੀਦੀ ਹੈ? ਦੇਖੋ ਜੀ, ਮਿਆਰ ਦਾ ਮਤਲਬ ਇਹ ਹੁੰਦਾ ਹੈ ਕਿ ਇੱਕ ਸਾਈਡ ਤੋਂ ਹੁਣ ਕੁੱਤਾ ਪੇ ਚੁੰਮਦਾ ਹੋਵੇ, ਇੱਕ ਸਾਈਡ ਤੋਂ ਬੰਦਾ ਪੇ ਚੁੰਮਦਾ ਹੋਵੇ, ਉਹ ਫਿਰ ਮਿਆਰ ਦੇ ਮੁਤਾਬਕ ਤੇ ਨਹੀਂ ਨਾ। ਕੁਝ ਲੋਕੀ ਹਨ ਸਾਡੇ ਪਾਕਿਸਤਾਨੀ ਜਾਂ ਦੂਸਰੇ, ਉਹ ਇੱਕ ਸਾਈਡ ਤੋਂ ਕੁੱਤਾ ਚੁੰਮਦਾ ਹੁੰਦਾ ਪਿਆ, ਇੱਕ ਸਾਈਡ ਤੋਂ ਚੁੰਮਦੇ ਹੁੰਦੇ ਨੇ। ਤੇ ਯੂਰਪੀਅਨ ਤੇ ਤਕਰੀਬਨ ਸਾਰੇ ਇਸ ਤਰ੍ਹਾਂ ਹੀ ਨੇ ਨਾ? ਦੇਖੋ ਇੱਥੇ ਮੁਸਲਮਾਨ ਫੈਮਲੀਆਂ ਵੀ ਹਨ ਅਲਹਮਦੁਲਿਲਾ, ਲੇਕਿਨ ਯੂਰਪੀਅਨ ਦੇ ਵਿੱਚ ਵੀ ਬੜਾ ਫਰਕ ਹੁੰਦਾ ਹੈ। ਯਾਨੀ ਕਿ ਯੂਰਪੀਅਨ, ਤੁਸੀਂ ਜਾਣਦੇ ਹੋ ਕਿ ਯੂਰਪੀਅਨ ਬਹੁਤ ਜ਼ਿਆਦਾ ਲੋਕ ਨੇ ਜਿਹੜੇ ਕਿ ਜਾਨਵਰਾਂ ਨੂੰ ਪਸੰਦ ਔਰ ਲਾਈਕ ਕਰਦੇ ਨੇ, ਉਹ ਤੇ ਫਿਰ ਜ਼ਾਹਿਰ ਬੰਦੇ ਨੂੰ ਮੈਨੇਜ ਕਰਨਾ ਪੈਂਦਾ ਨਾ। ਜੀ ਬਿਲਕੁਲ ਇਸੇ ਤਰ੍ਹਾਂ, ਲੇਕਿਨ ਮਿਆਰ ਫਿਰ ਤੁਹਾਨੂੰ ਦੱਸਿਆ ਮਿਆਰ ਦੇ ਮੁਤਾਬਕ ਕਰ ਲੱਭੇ। ਚਲੋ ਮਾਸ਼ਾਅੱਲਾ। ਤੇ ਪਾਕਿਸਤਾਨ ਕਿੰਨੇ ਬੱਚੇ ਨੇ? ਮੇਰੇ 3 ਬੇਟੇ ਨੇ ਤੇ ਹੁਣ ਜਿਹੜੀ ਮੈਂ ਸ਼ਾਦੀ ਕੀਤੀ ਹੈ ਉਹਦੇ ਵਿੱਚ ਇੱਕ ਬੇਟਾ ਹੈ, ਯਾਨੀ 4 ਬੇਟੇ ਨੇ ਮੇਰੇ। 4 ਬੇਟੇ ਨੇ, ਚਲੋ ਮਾਸ਼ਾਅੱਲਾ। ਔਰ ਚੌਥੀ ਦੀ ਵੀ ਤੁਸੀਂ ਯਾਨੀ ਕਿ ਕੋਸ਼ਿਸ਼ ਲੱਗੇ ਹੋ ਕਿ ਸ਼ਾਇਦ ਕੋਈ ਹੱਥ ਪੈ ਜਾਏ? ਬਿਲਕੁਲ ਜੀ, ਕੜਾਕਾ ਕੱਢਾਂਗੇ ਇਨਸ਼ਾਅੱਲਾ। ਚਲੋ ਠੀਕ ਹੋ ਗਿਆ। ਤੇ ਵੈਸੇ ਯੂਨਾਨ 'ਚ ਤੁਸੀਂ ਇੱਕ ਤਵੀਲ ਅਰਸਾ ਗੁਜ਼ਾਰਿਆ ਹੈ ਤੇ ਯੂਨਾਨ ਜਦੋਂ ਤੁਸੀਂ ਆਏ ਹੋ 10 ਸਾਲ ਪਹਿਲਾਂ, ਉਦੋਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕੀਤਾ ਜੇ, ਔਰ ਇੱਥੇ ਕੋਈ ਆਪਣੇ ਐਸਾ ਨਹੀਂ ਜਾਂ ਨਹੀਂ ਹੈ? ਜੀ ਬਿਲਕੁਲ ਹੈ ਸਨ। ਮੇਰੇ ਪਿੰਡ ਦੇ ਮੁੰਡੇ ਨੇ ਔਰ ਕਾਫੀ ਤਾਦਾਦ ਦੇ ਵਿੱਚ ਨੇ ਔਰ ਬਹੁਤ ਪੁਰਾਣੇ ਨੇ ਉਹ। ਤੇ ਇਤਨਾ ਕੁ ਮੁਸ਼ਕਲਾਂ ਮੈਂ ਨਹੀਂ ਕੱਢੀਆਂ ਹਨ ਕਿ ਕੁਝ ਲੋਕੀ ਹਨ ਉਹਨਾਂ ਬੜੀਆਂ ਮੁਸ਼ਕਲਾਂ ਕੱਢੀਆਂ, ਲੇਕਿਨ ਮੈਂ ਇਤਨੀ ਮੁਸ਼ਕਲਾਂ ਦਾ ਸਾਹਮਣਾ ਨਹੀਂ ਮੈਨੂੰ ਕਰਨਾ ਪਿਆ ਅਲਹਮਦੁਲਿਲਾ। ਮੈਂ ਉਹਦੇ ਸਾਰੀ ਪੇਂਟ ਦਾ ਕੰਮ ਕਰਦਾ ਸੀ, ਉਸ ਕੰਮ ਤੇ ਮੈਂ ਆਪਣਾ ਸ਼ੁਰੂ ਹੋ ਗਿਆ। ਅੱਛਾ, ਜਦੋਂ ਆਏ ਹੋ ਜ਼ਾਹਰ ਹੈ ਚਲੋ ਅੱਲਾ ਨੇ ਤੁਹਾਨੂੰ ਉਹਦਾ ਕੰਮ ਵੀ ਦੇ ਦਿੱਤਾ, ਤੇ ਤੁਸੀਂ ਹੈਜ਼ ਏ ਪਾਕਿਸਤਾਨੀ ਹੋਣ ਦੇ ਨਾਤੇ, ਇਨਸਾਨੀਅਤ ਦੇ ਨਾਤੇ ਲੋਕਾਂ ਦੀ ਹੈਲਪ ਔਰ ਮਦਦ ਕੀਤੀ ਹੈ ਕਿ ਜਾਂ ਸਿਰਫ ਆਪਣਾ ਹੀ ਸਿਸਟਮ ਤੁਸੀਂ ਲੈ ਕੇ ਤੇ ਚੱਲਦੇ? ਜੀ ਬਿਲਕੁਲ ਜਨਾਬ, 2016, 17 ਔਰ 18 ਦੇ ਵਿੱਚ ਇਸ ਚੀਜ਼ ਦਾ ਮੈਨੂੰ ਗਵਾਹੀ ਦੇਣ ਦੀ ਜ਼ਰੂਰਤ ਨਹੀਂ ਹੈ। ਜਿਹੜੇ ਲੋਕੀ ਹਿੰਦੂ, ਕ੍ਰਿਸਚਨ ਜਾਂ ਆਊਟ ਆਫ ਕੰਟਰੀ ਦੇ ਲੋਕ ਮੁਸਲਮਾਨ ਮੇਰੇ ਕੋਲ ਰਹੇ ਨੇ, ਉਹ ਖੁਦ ਤੁਹਾਨੂੰ ਥੱਲੇ ਕਮੈਂਟ ਦੇ ਵਿੱਚ ਦੱਸ ਦੇਣਗੇ ਕਿ ਕਿੰਨੇ ਤਾਦਾਦ ਦੇ ਵਿੱਚ ਮੇਰੇ ਕੋਲ ਰਹੇ ਨੇ। ਔਰ ਇਸ ਤਰ੍ਹਾਂ ਦੇ ਵੀ ਲੋਕੀ ਹੁੰਦੇ ਸੀ ਕਿ ਜਿਨ੍ਹਾਂ ਦਾ ਕੋਈ ਵਾਰਸ ਨਹੀਂ ਸੀ ਹੁੰਦਾ, ਪਲਾਤੀਕੇ ਦੇ ਵਿੱਚ ਸੁੱਤੇ ਹੁੰਦੇ ਸੀ, ਪਾਰਕ ਦੇ ਵਿੱਚ ਸੁੱਤੇ ਹੁੰਦੇ ਸੀ, ਉੱਥੋਂ ਚੁੱਕ ਕੇ ਲਿਆ ਕੇ ਮਕਾਰ ਉਹਨਾਂ ਨੂੰ ਖਾਣਾ ਵੀ ਦੇਣਾ, ਉਹਨਾਂ ਨੂੰ ਰਹਿਸ਼ ਵੀ ਦੇਣੀ ਔਰ ਕੰਮ ਤੇ ਵੀ ਲਵਾਉਣਾ। ਯਾਨੀ ਹੈਜ਼ ਇਨਸਾਨੀਅਤ ਦੇ ਨਾਤੇ ਔਰ ਤੁਸੀਂ ਇਹ ਸੋਚਿਆ ਕਿ ਅਸੀਂ ਵੀ ਇਸ ਤਰੀਕੇ ਨਾਲ ਆਏ, ਅਸੀਂ ਵੀ ਮੁਸ਼ਕਲਾਂ ਦਾ ਸਾਹਮਣਾ ਕੀਤਾ, ਇਸ ਵਜ੍ਹਾ ਤੁਸੀਂ ਉਹਨਾਂ ਦੀ ਹੈਲਪ ਕਰਦੇ? ਜੀ ਬਿਲਕੁਲ ਬਿਲकुल। ਅੱਛਾ ਭਾਈ ਮੁਖਤਾਰ, ਇੱਕ ਬਾਤ ਹੋ ਰਹੀ ਤੁਹਾਡੇ ਨਾਲ ਕਿ ਤੁਸੀਂ ਯੂਨਾਨ 'ਚ ਇੰਨਾ ਅਰਸਾ ਗੁਜ਼ਾਰ ਦਿੱਤਾ ਹੈ, ਤੇ ਯੂਨਾਨ ਦੇ ਹਵਾਲੇ ਨਾਲ, ਯੂਨਾਨੀ ਲੋਕਾਂ ਦੇ ਹਵਾਲੇ ਨਾਲ, ਯੂਨਾਨ ਦੇ ਕਾਨੂੰਨ ਦੇ ਹਵਾਲੇ ਨਾਲ ਤੁਹਾਡੀ ਕੀ ਰਾਏ ਨੇ? ਜੀ ਯੂਨਾਨੀ ਲੋਕ ਵੀ ਬਹੁਤ ਅੱਛੇ ਨੇ ਔਰ ਯੂਨਾਨ ਦੇ ਕਾਨੂੰਨ ਜਿਹੜੇ ਨੇ, ਦੇਖੋ ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਅੱਜ ਪੁਲਿਸ ਮੁਕਾਬਲਾ ਹੋ ਰਿਹਾ, ਇਹ ਹੋ ਰਿਹਾ। ਮੈਂ 10 ਸਾਲਾਂ ਦੇ ਵਿੱਚ ਇੱਥੇ ਪੁਲਿਸ ਮੁਕਾਬਲਾ ਨਹੀਂ ਦੇਖਿਆ। ਕਾਨੂੰਨ ਵੀ ਬਹੁਤ ਅੱਛਾ ਹੈ। ਹਰ ਬੰਦਾ ਅਗਰ ਕਿਸੇ ਵੀ ਅਸੀਂ ਜਗ੍ਹਾ ਤੇ ਜਾਂਦੇ ਹਾਂ, ਮਿਸਾਲ ਦੇਖ ਮੈਂ ਤੁਹਾਨੂੰ ਦੇਣਾ ਕਿ ਅਸੀਂ ਪਾਸਪੋਰਟ ਦਫ਼ਤਰ ਹੀ ਚਲੇ ਗਏ ਹਾਂ, ਕੋਈ ਅਮੀਰ ਤੋਂ ਅਮੀਰ ਵੀ ਉਸ ਪਿੱਛੇ ਲੈਣ ਚ ਲੱਗ ਕੇ ਆਉਣਾ। ਇਸ ਤਰ੍ਹਾਂ ਨਹੀਂ ਹੋਣਾ ਕਿ ਕੋਈ ਉਹਨਾਂ ਦਾ ਖਸੂਸੀ ਬੰਦਾ ਆ ਗਿਆ ਤਾਂ ਅੱਗੇ ਚਲਿਆ ਜਾਣਾ ਤਾਂ ਅਸੀਂ ਪਿੱਛੇ ਖਲੋ ਜਾਣਾ, ਨਹੀਂ। ਇਹਨਾਂ ਇੱਕ ਲਾਈਨ ਬਣਾਈ, ਉਸ ਲਾਈਨ ਦੇ ਵਿੱਚ ਵਾਰੀ ਆਪਣੀ ਦਾ ਇੰਤਜ਼ਾਰ ਕਰਨਾ। ਇਹ ਚੀਜ਼ਾਂ ਜਿਹੜੀਆਂ ਨੇ ਬੜੀਆਂ ਮਾਸ਼ਰੇ ਨੂੰ ਅੱਗੇ ਲੈ ਕੇ ਜਾਂਦੀਆਂ ਨੇ। ਯਾਨੀ ਕਿ ਯੂਨਾਨੀ ਲੋਕ ਤੁਹਾਡੇ ਖਿਆਲ ਨਾਲ ਅੱਛੇ? ਬਹੁਤ ਅੱਛੇ ਲੋਕ ਨੇ ਮਾਸ਼ਾਅੱਲਾ। ਅੱਛਾ, ਤੇ ਮੁਖਤਾਰ ਭਾਈ ਤੁਸੀਂ ਕੰਮ ਵੀ ਕਰ ਰਹੇ ਹੋ, ਆਂਦੇ ਕੰਮ ਤੇ ਵੀ ਲੱਗ ਗਏ, ਤੁਸੀਂ ਸ਼ਾਦੀਆਂ ਵੀ ਮਾਸ਼ਾਅੱਲਾ 3 ਕੀਤੀਆਂ ਔਰ ਚੌਥੀ ਵੀ ਤੁਸੀਂ ਕਰਨਾ ਚਾਹੁੰਦੇ ਹੋ। ਜੀ ਜੀ। ਇਹਦੇ ਬਾਵਜੂਦ ਸੋਸ਼ਲ ਮੀਡੀਆ ਤੇ ਤੁਸੀਂ ਕਿਸ ਤਰ੍ਹਾਂ, ਤੁਹਾਡਾ ਰੁਝਾਨ ਹੈ ਤੇ ਕਿਸ ਤਰ੍ਹਾਂ ਤੁਸੀਂ ਸੋਸ਼ਲ ਮੀਡੀਆ ਵਾਲੀ ਸਾਈਡ ਤੇ ਨਾ ਮੂਵ ਕਰ ਗਏ? ਜੀ ਜੀ, ਦੇਖੋ ਟਿਕਟਾਕ ਜਿਹੜਾ ਨਾ ਉਦੋਂ ਨਵਾਂ ਹੀ ਆਇਆ ਸੀ। ਮੈਂ ਪਹਿਲੇ ਆਇਆ ਸੀ ਟਿਕਟਾਕ ਤੇ, ਇੱਥੇ ਬਹੁਤ ਜ਼ਿਆਦਾ ਅਬਿਊਜ਼ਿੰਗ ਹੁੰਦੀ ਸੀ ਤੇ ਕੋਈ ਵੀ ਬੰਦਾ ਜਿਹੜਾ ਅਬਿਊਜ਼ਿੰਗ ਤੋਂ ਜਿਹੜਾ ਨਾ ਉਹ ਬੰਦੇ ਦਾ ਦਿਲ 'ਚ ਹੀ ਜਾਂਦਾ ਹੈ। ਮੈਂ ਇੱਥੋਂ ਲੈਫਟ ਹੋ ਗਿਆ, ਲੈਫਟ ਹੋ ਕੇ ਇੱਕ ਲਾਈਕੀ ਐਪਲੀਕੇਸ਼ਨ ਸੇਮ ਐਸੇ ਆ ਰਹੀ ਹੈ ਆਡੀਓ ਵੀਡੀਓ, ਮੈਂ ਉੱਥੇ ਚਲਾ ਗਿਆ। ਉੱਥੇ ਜਾ ਕੇ ਐਜ਼ ਅ ਗਿਫਟਰ ਮੈਂ ਕੰਮ ਸ਼ੁਰੂ ਕੀਤਾ। ਉਸ ਤੋਂ ਬਾਅਦ ਇੱਕ ਫੈਮਿਲੀ ਬਣਾਈ, ਉਸ ਫੈਮਿਲੀ ਦੇ ਵਿੱਚ ਤਕਰੀਬਨ ਅੱਜ ਵੀ ਉਸ ਲਾਇਕੀ ਦੇ ਉੱਤੇ
ਬਹੁਤ ਜ਼ਿਆਦਾ ਲੋਕੀ ਨੇ ਜਿਹੜੇ ਮੇਰੀ ਡੀਪੀ ਇਸਤੇਮਾਲ ਕਰ ਰਹੇ ਨੇ। ਉੱਥੇ ਫਿਰ ਤਕਰੀਬਨ ਮੈਂ 1.5 ਸਾਲ ਕੰਮ ਕੀਤਾ। 1.5 ਸਾਲ ਤੋਂ ਬਾਅਦ ਉੱਥੇ ਇੱਕ ਫੈਮਿਲੀ ਬਣਾਈ। ਉਸ ਫੈਮਿਲੀ ਨੂੰ ਲੈ ਕੇ ਅਗਲੀ ਅਸੀਂ ਐਪਲੀਕੇਸ਼ਨ ਮੀਗੋ ਐਪਲੀਕੇਸ਼ਨ ਉੱਥੇ ਚਲੇ ਗਏ। ਮੀਗੋ ਐਪਲੀਕੇਸ਼ਨ ਤੇ ਜਾ ਕੇ ਮੈਂ ਆਪਣੀ ਏਜੰਸੀ ਬਣਾਈ। ਫਿਰ ਉੱਥੇ ਵੀ ਖਾਸ ਨਹੀਂ ਦਿਲ ਲੱਗਾ। ਫਿਰ ਉਸ ਅਗਲੀ ਐਪਲੀਕੇਸ਼ਨ ਤੇ ਅਸੀਂ ਚਲੇ ਗਏ। ਉਸ ਦਾ ਨਾਂ ਸੀ ਪਾਕਿਸਤਾਨੀ, ਉਹਦਾ ਓਨਰ ਸੀ K9 ਅਲੀ, ਪਾਕਿਸਤਾਨ ਜੇਲਮ ਤੋਂ ਨੇ। ਉਹਨਾਂ ਐਪਲੀਕੇਸ਼ਨ ਲਾਂਚ ਕੀਤੀ। ਉਹਨਾਂ ਮੈਂ ਐਜ਼ ਏ ਸੀਨੀਅਰ ਐਡਮਨ ਉੱਥੇ ਮੈਂ ਐਜ਼ ਏ ਸੀਨੀਅਰ ਐਡਮਨ ਕੰਮ ਕੀਤਾ। ਔਰ ਇਸ ਤਰ੍ਹਾਂ ਵੀ ਕੰਮ ਕੀਤਾ ਕਿ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਲੋਕੀ ਐਸੇ ਸਨ ਕਿ ਜਿਨ੍ਹਾਂ ਦਾ ਟਾਸਕ ਨਹੀਂ ਸਨ ਹੁੰਦੇ, ਔਰ ਮੈਂ ਕਈ ਮਹੀਨਿਆਂ ਤੱਕ ਆਪਣੀ ਜੇਬ ਦੇ ਵਿੱਚੋਂ 500-600 ਬੰਦੇ ਮਤਵਾਤਰ ਨਾ ਕਿ ਉਹਨਾਂ ਦੀ ਜਿਹੜੀ ਸੈਲਰੀ ਉਹ ਆਪਣੀ ਜੇਬ 'ਚ ਪੇ ਕਰਦਾ ਰਿਹਾ। ਯਾਨੀ ਕਿ ਜਿੰਨੀਆਂ ਵੀ ਐਪਾਂ ਨੇ ਉਹਨਾਂ 'ਚ ਸੈਲਰੀ ਵੀ ਪੇ ਹੁੰਦੀ ਹੈ, ਨਹੀਂ ਸੈਲਰੀ ਵੀ ਬੰਦੇ ਨੂੰ ਮਿਲਦੀ ਹੈ? ਜੀ ਜੀ ਬਿਲਕੁਲ, ਸੈਲਰੀ ਵੀ ਮਿਲਦੀ ਹੈ। ਔਰ ਇਹ ਏਜੰਸੀ ਤੋਂ ਲਾ ਕੇ ਉੱਤੇ ਮੈਨੇਜਰ ਤੋਂ ਉੱਤੇ ਕਮਿਊਨਿਟੀ ਮੈਨੇਜਰ, ਇਹ ਮੁਖਤਲਿਫ ਯਾਨੀ ਕਿ ਉੱਤੇ ਸਟੈਪ ਆਉਂਦੇ ਜਾਂਦੇ ਨੇ। ਤੇ ਤਕਰੀਬਨ ਤੁਸੀਂ ਐਜ਼ ਏ ਗਿਫਟਰ ਉੱਥੇ ਕੰਮ ਕਰਦੇ ਹੋ ਤਾਂ ਕਿੰਨੀ ਕੁ ਗਿਫਟ ਤੁਸੀਂ ਕਰ ਦਿੱਤੀ ਹੈ, ਯਾਨੀ ਕਿ ਜਦੋਂ ਤੁਸੀਂ ਐਪਾਂ ਨੂੰ ਯੂਜ਼ ਕਰ ਰਹੇ ਹੋ ਸੋਸ਼ਲ ਮੀਡੀਆ? ਜੀ ਜੀ, ਮੈਂ ਥੋੜਾ ਜਿਹਾ ਤੁਹਾਨੂੰ ਦੱਸ ਦੇਣਾ ਕਿ ਜਿਹੜੀ ਮੈਂ ਸਟ੍ਰੀਮ ਫਾਰ ਆਲ ਤੇ ਸਿਰਫ ਸਾਈਨਿੰਗ ਕੀਤੀ ਹੈ ਨਾ, ਉਹ ਤਕਰੀਬਨ ਕਿਉਂ ਉੱਥੇ ਪਾਕਿਸਤਾਨੀ ਲੋਕ ਨੇ ਜਿਹੜੇ ਥੱਲੇ ਕਮੈਂਟ ਕਰਨ ਦੇ ਔਰ ਦੱਸਣ ਦੇ, ਔਰ K9 ਅਲੀ ਇੰਗਲੈਂਡ ਦੇ ਵਿੱਚ ਬੈਠੇ ਨੇ। ਅਗਰ ਉਹਨਾਂ ਨੇ ਮੇਰੀ ਵੀਡੀਓ ਤੱਕੀ ਤਾਂ ਉਸ ਚੀਜ਼ ਦਾ ਵੀ ਕਮੈਂਟ ਕਰਨ ਦੇ, ਦੱਸਣ ਦੇ, ਕਮ ਅਜ਼ ਕਮ 50 ਲੱਖ ਰੁਪਏ ਜਿਹੜਾ ਉੱਥੇ ਮੈਂ ਉਹਨਾਂ ਦੀ ਐਪਲੀਕੇਸ਼ਨ ਤੇ ਲਾਇਆ। ਟੋਟਲ ਯਾਨੀ ਕਿੰਨੀ ਕੁ ਤੁਸੀਂ ਗਿਫਟਿੰਗ ਕਰ? ਤਕਰੀਬਨ ਜਿਹੜੀ ਸਾਰੀਆਂ ਐਪਲੀਕੇਸ਼ਨਾਂ ਨੇ, ਹਾਲੇ ਤੇ ਐਪਲੀਕੇਸ਼ਨਾਂ ਦਾ ਮੈਂ ਨਾਂ ਹੀ ਨਹੀਂ ਲਿਆ ਜਿਨ੍ਹਾਂ ਤੇ ਵੱਡੀਆਂ ਆਈਡੀਆਂ ਨੇ ਮੇਰੀਆਂ, ਇਹ ਤਕਰੀਬਨ 10 ਕਰੋੜ ਦੇ ਲਗਭਗ ਜਾਂ ਉੱਤੇ 2-4 ਲੱਖ ਜਾਂ 2-4 ਲੱਖ। ਯਾਨੀ ਕਿ 10 ਕਰੋੜ ਤੁਹਾਡੇ ਜ਼ਿਹਨ 'ਚ ਕਿ ਤੁਸੀਂ 10 ਕਰੋੜ ਦੀ ਗਿਫਟਿੰਗ ਸਿਰਫ ਕਰ ਦਿੱਤੀ? ਜੀ ਜੀ ਬਿਲਕੁਲ। ਤੇ ਅੱਛਾ, ਇੱਥੇ ਤੁਹਾਡਾ ਇਨਕਮ ਯਾਨੀ ਕਿਸ ਤਰ੍ਹਾਂ, ਯਾਨੀ ਪੈਸਾ ਕਮਾਉਣ ਦਾ ਕੀ ਜ਼ਰੀਆ ਹੈ ਤੁਹਾਡਾ? ਜੀ ਬਿਲਕੁਲ, ਦੇਖੋ ਮੈਂ ਇੱਥੇ ਕਾਫੀ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਕੁਝ ਚੀਜ਼ਾਂ ਮੈਂ ਸ਼ੋਅ ਨਹੀਂ ਕਰਨਾ ਚਾਹੁੰਦਾ, ਸਾਹਮਣੇ ਨਹੀਂ ਲਿਆਉਣਾ ਚਾਹੁੰਦਾ, ਲੇਕਿਨ ਬੇਸਿਕਲ ਜਿਹੜਾ ਕੰਮ ਹੈ ਮੇਰਾ ਉਹ ਪੇਂਟ ਦਾ ਕੰਮ ਹੈ। ਲੇਕਿਨ ਕੁਝ ਹੋਰ ਵੀ ਚੀਜ਼ਾਂ ਹਨ ਮੈਂ ਆਪਣਾ ਕੰਮ ਹੀ ਕਰਦੇ ਹੋ? ਜੀ, ਆਪਣਾ ਕੰਮ ਕਰਨਾ। ਔਰ ਹੁੰਦੇ ਨੇ ਗ੍ਰੀਕੀ ਮਾਲਕ ਵੀ ਹੁੰਦੇ ਨੇ, ਉਹਨਾਂ ਨਾਲ ਵੀ ਕਰੀਦਾ ਵਿੱਚ, ਇਸ ਤਰ੍ਹਾਂ ਦਾ ਵੀ ਕੰਮ ਆ ਜਾਂਦਾ ਨੇ ਕਿ ਆਪਣਾ ਵੀ ਫੜ ਲੈਣਾ। ਹਾਂ, ਯਾਨੀ ਕਿ ਤੁਸੀਂ 10 ਕਰੋੜ ਦੀ ਗਿਫਟਿੰਗ ਕਰ ਦਿੱਤੀ ਹੈ ਤੇ ਇੰਨੇ ਅਰਸੇ ਦੇ ਵਿੱਚ ਤੁਸੀਂ ਜੋ ਕਮਾਇਆ ਗਿਫਟਿੰਗ 'ਚ ਲਾ ਦਿੱਤਾ ਜਾਂ ਕੁਝ ਬਣਾਇਆ ਵੀ ਹੈ ਪਿੱਛੇ? ਦੇਖੋ, ਜਿਹੜੀਆਂ ਜ਼ਰੂਰਤ ਦੀਆਂ ਚੀਜ਼ਾਂ ਨੇ ਉਹ ਮੈਂ ਆਪਣੀਆਂ ਬਣਾਈਆਂ ਨੇ। ਪਿੱਛੇ ਬੱਚੇ ਨੇ, ਫੈਮਿਲੀ ਹੈ। ਤੁਹਾਨੂੰ ਪਤਾ ਹੈ ਕਿ ਹਰ ਚੰਗੀ ਮਾੜੀ ਇਨਸਾਨ ਦੇ ਨਾਲ ਹੁੰਦੀ ਹੈ, ਸ਼ਾਦੀ ਹੋ ਗਈ, ਫੌਤਗੀ ਹੋ ਗਈ, ਇਹ ਸਾਰੇ ਅਖਰਾਜਾਤ ਜਿਹੜੇ ਨੂੰ ਮੈਂ ਪੇ ਕਰਨਾ ਕਰਦੇ ਵੀ ਜਿਹੜੇ ਵੀ ਹੈ। ਤੇ ਤੁਹਾਨੂੰ ਨਹੀਂ ਲੱਗਦਾ ਕਿ ਇੰਨੇ ਪੈਸੇ ਜ਼ਾਇਆ ਕਰਨ ਤੋਂ ਬਜਾਏ ਬਿਹਤਰ ਇਹ ਸੀ ਕਿ ਤੁਸੀਂ ਸਾਰੇ ਪੈਸੇ ਆਪਣੀ ਫੈਮਿਲੀ ਨੂੰ ਸੈਂਡ ਕਰ ਦਿੱਤੇ ਜਾਂ ਇੱਥੇ ਕੋਈ ਬਿਜ਼ਨਸ ਸਟੈਂਡ ਕਰ ਦਿੰਦੇ? ਨਹੀਂ, ਦੇਖੋ ਜੀ, ਜਿਹੜਾ ਹੁੰਦਾ ਨਾ ਗਿਫਟਰ, ਇਹ ਉਹਨੂੰ ਪਤਾ ਹੁੰਦਾ ਹੈ ਕਿ ਉਹ ਕਿਉਂ ਗਿਫਟਿੰਗ ਕਰ ਰਿਹਾ। ਹੁਣ ਕੁਝ ਸਾਡੇ ਇਸ ਤਰ੍ਹਾਂ ਦੇ ਵੀ ਦੋਸਤ ਹਨ ਜਿਹੜੇ ਸੋਸ਼ਲ ਮੀਡੀਆ ਤੋਂ ਪੈਸੇ ਕਮਾ ਕੇ ਆਪਣੇ ਘਰ ਦਾ ਸਰਕਟ ਚਲਾ ਰਹੇ ਨੇ। ਬਿਲਕੁਲ। ਅਗਰ ਅਸੀਂ ਗਿਫਟਰ ਨਹੀਂ ਹੋਵਾਂਦੇ ਤਾਂ ਉਹ ਕਿੱਥੋਂ ਵਿਚਾਰੇ ਕਮਾਉਣਦੇ? ਇਨਸਾਨ ਦਾ ਇੱਕ ਆਪਣਾ ਮਾਈਂਡ ਹੁੰਦਾ ਹੈ ਕਿ ਉਹ ਗਿਫਟਿੰਗ ਕਿਹੜੀ ਵਜ੍ਹਾ ਤੋਂ ਕਰ ਰਿਹਾ ਹੈ। ਮੈਂ ਜਿਹੜੀ ਗਿਫਟਿੰਗ ਜਿਤਨੀ ਵੀ ਕੀਤੀ ਹੈ ਆਪਣੇ ਪਾਕਿਸਤਾਨੀ ਲੋਕਾਂ ਜਾਂ ਅੱਗੇ ਪਿੱਛੇ ਜਿਹੜੇ ਵੀ ਹਨ ਉਹਨਾਂ ਲੋਕਾਂ ਦੀ ਸਪੋਰਟ ਵਾਸਤੇ ਕੀਤੀ ਹੈ। ਯਾਨੀ ਕਿ ਤੁਸੀਂ ਸਿਰਫ ਗਿਫਟਿੰਗ ਇਸ ਤਰ੍ਹਾਂ ਨਹੀਂ ਕਰਦੇ ਕਿ ਸੈਂਡਿੰਗ ਕਰ ਦਿੱਤੀ, ਠੀਕ ਹੈ, ਵੈਸੇ ਤੁਸੀਂ ਗਿਫਟਿੰਗ ਤੋਂ ਹਟ ਕੇ ਵੀ ਲੋਕਾਂ ਨੂੰ ਗਿਫਟ ਹੈਜ਼ ਗਿਫਟ ਦਿੰਦੇ, ਯਾਨੀ ਉਹਨਾਂ ਦੀ ਸਪੋਰਟ ਵੀ ਕਰਦੇ ਹੋ, ਪੈਸੇ ਉਹਨਾਂ ਨੂੰ ਪਰਸਨਲ ਤੌਰ ਤੇ ਵੀ ਸੈਂਡ ਕਰ ਦਿੰਦੇ? ਜੀ ਜੀ, ਇਸ ਚੀਜ਼ ਦੇ ਮੇਰੇ ਕੋਲ ਸਬੂਤ ਵੀ ਮੌਜੂਦ ਨੇ। ਔਰ ਇੱਥੋਂ ਤੱਕ ਕਿ ਉਮਰੇ ਦੀਆਂ ਟਿਕਟਾਂ ਤੱਕ ਮੈਂ ਦਿੱਤੀਆਂ ਨੇ, ਮੋਟਰਸਾਈਕਲ ਦਿੱਤੇ ਨੇ, ਹੋਰ ਵੀ ਕਾਫੀ ਸਾਰੇ ਗਿਫਟ ਜਿਹੜੇ ਨੇ ਉਹ ਲੋਕਾਂ ਨੂੰ ਮੈਂ ਦਿੱਤੇ ਨੇ। ਤੇ ਚਲੋ ਅਸਾਂ ਵੀ ਤੁਹਾਡਾ ਹੁਣ ਇੰਟਰਵਿਊ ਤਾਂ ਕਰ ਲਿਆ, ਲੇਕਿਨ ਅਗਰ ਯੂਨਾਨ ਦੇ ਵਿੱਚ ਕੋਈ ਬੰਦੇ ਇਸ ਤਰ੍ਹਾਂ ਦੇ ਮੁਸਤਕ ਹਨ ਜਿਨ੍ਹਾਂ ਤੁਸੀਂ ਸਮਝੋ ਕਿ ਵਾਕਈ ਇਹਨਾਂ ਨੂੰ ਉਮਰੇ ਦੀ ਟਿਕਟ ਦੇ ਦੇਣੀ ਚਾਹੀਦੀ ਹੈ ਜਾਂ ਇਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ, ਇੱਥੇ ਵੀ ਤੁਸੀਂ ਕਰੋਗੇ ਕਿ ਜਾਂ ਸਿਰਫ ਜਿਹੜੇ ਪਾਕਿਸਤਾਨ ਨੇ ਉਹਨਾਂ ਨੂੰ ਹੀ ਤੁਸੀਂ ਗਿਫਟ ਕਰਦੇ ਹੋ? ਦੇਖੋ ਅਸੀਂ ਭਾਈ, ਮੈਂ ਤੁਹਾਨੂੰ ਦੱਸਣਾ ਕਿ ਇੱਥੇ ਜਿਹੜੇ ਲੋਕੀ ਹਨ ਨਾ, ਮੈਨੂੰ ਉਹਨਾਂ ਤੇ ਕੋਈ ਇਤਰਾਜ਼ ਨਹੀਂ ਹੈ, ਲੇਕਿਨ ਗਾਲਬਨ ਜਿੰਨੇ ਵੀ ਬੰਦੇ ਹਨ ਉਹ ਆਪਣੇ ਕੰਮ ਲੱਗੇ ਨੇ, ਉਹਨਾਂ ਦੇ ਕੰਮ ਸੈੱਟ ਨੇ। ਅਗਰ ਕੋਈ ਇਸ ਤਰ੍ਹਾਂ ਦਾ ਬੰਦਾ ਹੋਵੇ ਤਾਂ ਬਿਲਕੁਲ ਅਸੀਂ ਉਹਦੀ ਸਪੋਰਟ ਕਰਨ ਵਾਸਤੇ ਤਿਆਰ ਹਾਂ। ਅਗਰ ਅਸੀਂ ਕੋਈ ਬੰਦੇ ਮੈਂਸ਼ਨ ਕਰਾਂਗੇ ਤਾਂ ਤੁਸੀਂ ਉਹਨਾਂ ਨੂੰ ਉਮਰਾ ਵਗੈਰਾ ਬਿਲਕੁਲ ਜਨਾਬ, ਇਨਸ਼ਾਅੱਲਾ ਅਸੀਂ ਜਨਾਬ ਉਹਨਾਂ ਦੀ ਸਪੋਰਟ ਕਰਾਂਗੇ, ਠੀਕ ਹੈ, ਤੇ ਇਨਸ਼ਾਅੱਲਾ ਕੋਈ ਮਸਲਾ ਨਹੀਂ ਹੈ। ਅੱਛਾ, ਤੇ ਮੁਖਤਾਰ ਭਾਈ ਤੁਸੀਂ ਸੋਸ਼ਲ ਮੀਡੀਆ ਤੇ ਕਾਫੀ ਅੱਛੀ ਖਾਸੀ ਗਿਫਟਿੰਗ ਕਰ ਦਿੱਤੀ ਹੈ, ਤੇ ਯੂਨਾਨ 'ਚ ਹੁਣ ਤੁਸੀਂ ਕੀ ਕਰਨਾ ਚਾਹੁੰਦੇ ਹੋ, ਯਾਨੀ ਕਿਸ ਤਰੀਕੇ ਨਾਲ ਇੱਥੇ ਤੁਸੀਂ ਸਰਫਰੇਜ਼ ਤੇ ਸੋਸ਼ਲ ਮੀਡੀਆ ਤੇ ਆਉਣਾ ਚਾਹੁੰਦੇ ਹੋ, ਟਿਕਟਾਕ ਦੇ ਹਵਾਲੇ ਨਾਲ ਜਾਂ ਕੋਈ ਦੂਸਰੀ ਐਪ ਦੇ ਥਰੂ ਤੁਸੀਂ ਇੱਥੇ ਲੋਕਾਂ ਨੂੰ ਮੁਤਾਰਫ ਕਰਵਾਓਗੇ? ਨਹੀਂ, ਇਨਸ਼ਾਅੱਲਾ ਦੇਖੋ ਮੈਂ ਹੁਣ ਵੀ ਤੁਹਾਨੂੰ ਦਿਖਾ ਸਕਣਾ, ਮੇਰਾ ਮੋਬਾਈਲ ਦੇ ਵਿੱਚ ਮੈਸੇਜ ਮੌਜੂਦ ਹੈ। ਅੱਜ ਤੋਂ 5 ਦਿਨ ਪਹਿਲੇ ਕਮਿਊਨਿਟੀ ਮੈਨੇਜਰ ਹੁੰਦਾ ਹੈ ਜਿਹੜਾ ਐਪਲੀਕੇਸ਼ਨ ਦੀ ਦੁਨੀਆ ਦਾ ਥੰਮ ਹੁੰਦਾ ਹੈ। ਕਮਿਊਨਿਟੀ ਮੈਨੇਜਰ ਦਾ ਮਤਲਬ ਇਹ ਹੁੰਦਾ ਹੈ ਕਿ ਪੂਰੀ ਦੁਨੀਆ ਦਾ ਇੱਕ ਐਪਲੀਕੇਸ਼ਨ ਤੇ ਜਿਹੜਾ ਮੈਨੇਜਰ ਹੁੰਦਾ ਹੈ ਉਹਦੀ ਮੈਨੂੰ ਆਫਰ ਆਈ ਔਰ ਮੇਰੇ ਕੋਲ ਮੈਸੇਜ ਮੌਜੂਦ ਨੇ। ਯਾਨੀ ਕਿ ਇੱਕ ਸਾਊਦੀ ਅਰਬ ਦਾ, ਜੀ ਇੱਕ ਸਾਊਦੀ ਅਰਬ ਦਾ ਅਰਬੀ ਹੈ, ਉਸ ਦੀ ਇੱਕ ਐਪਲੀਕੇਸ਼ਨ ਅੱਗੇ ਹੈ ਫੋਫੋ ਚੈਟ, FOFO।
ਉਸ ਦਾ ਉਹ ਮਾਲਕ ਹੈ, ਇਹ ਉਸ ਦਾ ਦੂਸਰਾ ਦੋਸਤ ਬਣਾ ਰਿਹਾ ਐਪਲੀਕੇਸ਼ਨ। ਉਹਨੇ ਮੈਨੂੰ ਆਫਰ ਕੀਤੀ, ਮੇਰੇ ਕੋਲ ਮੈਸੇਜ ਮੌਜੂਦ ਨੇ, ਲੇਕਿਨ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ, ਮੇਰੀ ਕੋਸ਼ਿਸ਼ ਵੀ ਇਹੀ ਹੈ ਕਿ ਅਸੀਂ ਹੁਣ ਉਹਨਾਂ ਦੇ ਸਾਹਮਣੇ ਆਈਏ ਜਿਹੜੇ ਲੋਕੀ ਇੱਕ ਗਰੀਬ ਆਵਾਮ ਨੂੰ ਬੰਦਾ ਨਹੀਂ ਸਮਝਦੇ ਹਨ, ਅਸੀਂ ਉਹਨਾਂ ਨਾਲ ਟੱਕਰ ਲਈਏ। ਅੱਛਾ, ਇੱਥੇ ਚਲੋ ਉਹ ਵੀ ਗੱਲ ਤੁਹਾਡੀ ਠੀਕ ਹੈ ਕਿ ਉਹਨਾਂ ਨਾਲ ਟੱਕਰ ਤੇ ਲੈਣੀ ਚਾਹੀਦੀ ਹੈ, ਲੇਕਿਨ ਬਹੁਤ ਜ਼ਿਆਦਾ ਪੈਸਾ ਤੁਸੀਂ ਇਨਵੈਸਟ ਕਰ ਦਿੱਤਾ ਹੈ ਔਰ ਬੜੇ ਸਾਰੇ ਲੋਕੀ ਹੁਣ ਇਹ ਵੀ ਕਮੈਂਟਸ ਪਾਸ ਕਰਨਗੇ ਕਿ ਯਾਰ ਇੰਨੇ ਤੁਸੀਂ ਹੱਕ ਹਲਾਲ ਦੀ ਮਜ਼ਦੂਰੀ ਕਰਕੇ ਤੇ ਕਿਸ ਸਾਈਡ ਤੇ ਤੁਸੀਂ ਲਾ ਦਿੱਤੇ। ਤੁਸੀਂ ਇਹਦੇ ਤੇ ਆਪਣੇ ਰਾਏ ਦੇ ਮੁਤਾਬਕ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ? ਦੇਖੋ ਜੀ, ਮੇਰਾ ਅਗਰ ਜ਼ਮੀਰ ਮੰਨਿਆ ਤਾਂ ਮੈਂ ਲਾਇਆ ਪੈਸਾ ਮੈਂ ਆਪਣੀ ਜੇਬ ਚ ਲਾਇਆ। ਮੈਂ ਆਪਣੇ ਪਾਕਿਸਤਾਨੀ ਭੈਣ ਭਰਾ ਨੇ ਜਾਂ ਦੂਸਰੀ ਦੁਨੀਆ ਦੇ ਜਿਹੜੇ ਵੀ ਲੋਕੀ ਇਸ ਚੀਜ਼ ਦੇ ਮੁਸਤਹਿਕ ਸਨ, ਮੈਂ ਉਹਨਾਂ ਤੇ ਪੈਸਾ ਖਰਚ ਕੀਤਾ ਹੈ। ਲੋਕਾਂ ਦੀਆਂ ਨਜ਼ਰਾਂ 'ਚ ਅਗਰ ਮੈਂ ਜ਼ਾਇਆ ਵੀ ਕੀਤਾ ਹੈ ਨਾ, ਲੇਕਿਨ ਮੇਰੇ ਅੰਦਾਜ਼ਨ ਜਿਹੜਾ ਸਮਝਦਾਰ ਬੰਦਾ ਉਹ ਗਲਤ ਕਮੈਂਟ ਨਹੀਂ ਕਰੇਗਾ। ਉਹਨੂੰ ਪਤਾ ਹੋਏਗਾ ਅਗਰ ਇਸ ਬੰਦੇ ਨੇ ਸਪੋਰਟ ਕੀਤੀ ਤਾਂ ਲੋਕਾਂ ਦੀ ਸਪੋਰਟ ਹੋਈ, ਅਗਰ ਗਿਫਟਿੰਗ ਕੀਤੀ ਹੈ ਤਾਂ ਲੋਕਾਂ ਦੀ ਸਪੋਰਟ ਹੋਈ ਹੈ। ਜੀ ਇਹ ਤਾਂ ਬਾਤ ਸਹੀ ਹੈ। ਔਰ ਤੁਸੀਂ ਯੂਨਾਨ ਚਲੋ ਤਕਰੀਬਨ 10 ਸਾਲ ਦਾ ਅਰਸਾ ਗੁਜ਼ਾਰ ਦਿੱਤਾ, 10 ਕਰੋੜ ਤੁਸੀਂ ਆਵਾਮ ਨੂੰ ਸੈਂਡਿੰਗ ਕਰ ਦਿੱਤੀ, ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜਾ ਐਸਾ ਦਿਨ ਹੈ ਜਿਹੜਾ ਬਹੁਤ ਜ਼ਿਆਦਾ ਤੁਹਾਨੂੰ ਖੁਸ਼ੀ ਹੋਈ ਹੋਏ, ਤੇ ਕਿਹੜਾ ਐਸਾ ਦਿਨ ਹੈ ਜਿਹਦੇ 'ਚ ਤੁਸੀਂ ਬਹੁਤ ਜ਼ਿਆਦਾ ਗਮਗੀਨ ਹੋਏ ਔਰ ਤੁਸੀਂ ਬਹੁਤ ਜ਼ਿਆਦਾ ਦੁਖੀ ਰਹੇ? ਜੀ ਬਿਲਕੁਲ, ਦੇਖੋ ਜਿਹੜਾ ਮੇਰਾ ਵੱਡਾ ਬੇਟਾ ਹੈ ਅਹਿਮਦ ਰਜ਼ਾਵਾ ਦਾ ਨਾਂ ਹੈ, ਜਦੋਂ ਉਹ ਪੈਦਾ ਹੋਇਆ ਉਹ ਮੇਰੇ ਵਾਸਤੇ ਬਹੁਤ ਖੁਸ਼ੀ ਦਾ ਦਿਨ ਸੀ। ਮੈਂ ਯੂਨਾਨ ਦੇ ਅੰਦਰ ਹੀ ਸਾਂ, ਪ੍ਰਦੇਸ਼ ਦੇ ਵਿੱਚ ਸਾਂ, ਤੇ ਮੈਨੂੰ ਘਰ ਤੋਂ ਕਾਲ ਆਈ ਹੈ ਮੇਰੀ ਵਾਲਦਾ ਦੀ ਕਿ ਉਹਨਾਂ ਦੀ ਡੈਥ ਹੋ ਗਈ ਹੈ। ਔਰ ਉਹ ਦਿਨ ਮੇਰੇ ਵਾਸਤੇ ਕਿਆਮਤ ਤੋਂ ਘੱਟ ਨਹੀਂ ਸੀ। ਅੱਲਾਹ ਤਾਲਾ ਜ਼ਾਤ ਤੁਹਾਡੀ ਵਾਲਦਾ ਨੂੰ ਜੰਨਤਾਂ 'ਚ ਆਲਾ ਮਕਾਮ ਅਤਾ ਫਰਮਾਏ, ਆਮੀਨ ਯਾ ਰੱਬੁਲ ਆਲਮੀਨ। ਵੇਖੋ ਜੀ, ਮਾਵਾਂ ਔਰ ਭੈਣਾਂ ਸਭ ਦੀਆਂ ਸਾਂਝੀਆਂ ਨੇ, ਬਿਲਕੁਲ ਠੀਕ ਹੈ, ਔਰ ਪ੍ਰਦੇਸ਼ ਬਹੁਤ ਜ਼ਿਆਦਾ ਦੁੱਖ ਨੇ, ਬਿਲਕੁਲ। ਤੇ ਤੁਸੀਂ ਪ੍ਰਦੇਸ਼ 'ਚ ਵੀ ਅਰਸਾ ਗੁਜ਼ਾਰਿਆ ਤੇ ਪਾਕਿਸਤਾਨ ਵੀ ਚਲੋ ਤੁਸੀਂ ਜਾਣਾ, ਅੱਲਾਹ ਤਾਲਾ ਦੀ ਜ਼ਾਤ ਤੁਹਾਨੂੰ ਖੈਰ ਖਰੀਏ ਨਾਲ ਪਾਕਿਸਤਾਨ ਵੀ ਪਹੁੰਚਾਏ। ਤੇ ਪਾਕਿਸਤਾਨ ਜਾ ਕੇ ਤੁਸੀਂ ਫਲਾਈ ਕੰਮ ਕਰਨਾ ਚਾਹੋਗੇ ਜਾਂ ਇਸ ਤਰ੍ਹਾਂ ਗਿਫਟਿੰਗ ਹੀ ਆਵਾਮ ਨੂੰ ਕਰਦੇ ਰਹੋਗੇ? ਦੇਖੋ ਅਸੀਂ ਭਾਈ, ਮੈਂ ਤਜ਼ਲੀਲ ਨਹੀਂ ਕਰਨਾ ਚਾਹੁੰਦਾ ਲੋਕਾਂ ਦੀ। ਕੁਝ ਐਸੇ ਲੋਕੀ ਹਨ ਸੋਸ਼ਲ ਮੀਡੀਆ ਤੇ, ਉਹ ਤਜ਼ਲੀਲ ਲੋਕਾਂ ਦੀ 5000 ਰੁਪਇਆ ਦਿੱਤਾ, 10,000 ਰੁਪਇਆ ਦਿੱਤਾ, ਉਹ ਤਜ਼ਲੀਲ ਕਰ ਰਹੇ ਨੇ। ਸਾਡੇ ਪਿੰਡ ਦਾ ਇੱਕ ਸੈਟਅਪ ਬਣਿਆ, ਜਿਹੜੇ ਮੁੰਡੇ ਨੇ ਸਾਡੇ, ਉਹ ਰਾਤ ਦੇ ਅੰਧੇਰੇ ਵਿੱਚ, ਰਾਤ 1-2 ਵਜੇ 3 ਵਜੇ ਜਾਂਦੇ ਨੇ, ਰੱਸੀ ਲਟਕਾ ਕੇ ਦੀਵਾਰ ਤੋਂ ਅੰਦਰ ਸਮਾਨ ਜਿੰਨਾ ਵੀ ਹੁੰਦਾ ਉਸ ਘਰ ਦੇ ਵਿੱਚ ਮਹੀਨੇ ਦਾ 2 ਮਹੀਨੇ ਦਾ ਰਾਸ਼ਨ, ਉਹ ਬਾਇਜ਼ਤ ਤਰੀਕੇ ਨਾਲ ਜਿਹੜਾ ਜ਼ਰੂਰਤਮੰਦ ਹੁੰਦਾ ਉਹਦੇ ਘਰ ਪਹੁੰਚ ਜਾਂਦਾ ਹੈ। ਮੈਂ ਅਗਰ ਜਿੰਨੀ ਵੀ ਸਪੋਰਟ ਕਰਾਂਗਾ ਇਸ ਤਰੀਕੇ ਦੇ ਨਾਲ, ਉਹਨੂੰ ਮੈਂ ਸ਼ੋਅ ਨਹੀਂ ਕਰਾਂਗਾ। ਇਹ ਗਿਫਟਿੰਗ ਤਾਂ ਚਲੋ ਇੱਕ ਸਾਹਮਣੇ ਸ਼ੋਅ ਹੋ ਜਾਂਦੀ ਹੈ, ਲੇਕਿਨ ਮੈਂ ਅੱਗੇ ਕਰ ਵੀ ਰਿਹਾ, ਮਜ਼ੀਦ ਵੀ ਜਿਹੜਾ ਕਰਾਂਗਾ, ਕੋਸ਼ਿਸ਼ ਕਰਾਂਗਾ ਕਿ ਕਿਸੇ ਬੰਦੇ ਦੀ ਤਜ਼ਲੀਲ ਨਾ ਹੋਵੇ, ਉਹਦੀ ਵੀਡੀਓ ਬਣ ਕੇ ਸੋਸ਼ਲ ਮੀਡੀਆ ਤੇ ਨਾ ਹੋਵੇ। ਅਗਰ ਵੀਡੀਓ ਬਣਦੀ ਵੀ ਹੈ ਤਾਂ ਉਹਦਾ ਕਮ ਅਜ਼ ਕਮ ਚਿਹਰਾ ਨਹੀਂ ਸਾਹਮਣੇ ਆਵੇ। ਯਾਨੀ ਕਿ ਫਿਰ ਵੀ ਤੁਹਾਡਾ ਇਰਾਦਾ ਹੈ ਕਿ ਮੈਂ ਕੰਟੀਨਿਊ ਇਸ ਨੂੰ ਜਾਰੀ ਰੱਖਾਂ? ਜੀ ਬਿਲਕੁਲ, ਇਨਸ਼ਾਅੱਲਾ ਇਹਨੂੰ ਜਾਰੀ ਰੱਖਾਂਗੇ ਜਿੰਨੇ ਚਿਰ ਮੇਰੀ ਜ਼ਿੰਦਗੀ ਹੈ। ਔਰ ਜਿਹੜੀ ਨੌਜਵਾਨ ਨਸਲ ਹੈ ਪਾਕਿਸਤਾਨ ਦੀ, ਤਕਰੀਬਨ ਹਰ ਬੰਦਾ ਹੀ ਸੋਸ਼ਲ ਮੀਡੀਆ ਇਸਤੇਮਾਲ ਕਰਦਾ, ਟਿਕਟਾਕ ਤੋਂ ਲੈ ਕੇ ਯਾਨੀ ਮੁਖਤਲਿਫ ਐਪਸ, ਜੀ ਜੀ। ਤੇ ਉਹਨਾਂ ਤੁਸੀਂ ਕੀ ਮੈਸੇਜ ਡਿਲੀਵਰ ਕਰਨਾ ਚਾਹੁੰਦੇ ਹੋ ਕਿ ਪ੍ਰਦੇਸ਼ 'ਚ ਆ ਕੇ ਮਜ਼ਦੂਰੀ ਕਰਕੇ ਇਸ ਤਰ੍ਹਾਂ ਹੀ ਉਹ ਗਿਫਟਿੰਗ ਲੋਕਾਂ ਨੂੰ ਕਰਨ ਜਾਂ ਫਿਰ ਉਹ ਆਪਣਾ ਆਪ ਕੋਈ ਸੇਵਿੰਗ ਕਰਨ? ਦੇਖੋ, ਸੇਵਿੰਗ ਇਤਨੀ ਕਰੋ ਜਿੰਨੀ ਕੁ ਜ਼ਰੂਰਤ ਹੈ, ਜ਼ਰੂਰਤ ਤੋਂ ਜ਼ਿਆਦਾ ਨਹੀਂ। ਤੇ ਮੈਂ ਇਹ ਕਹਿਣਾ ਕਿ ਤੁਸੀਂ ਅਗਰ ਗਿਫਟਿੰਗ ਨਹੀਂ, ਮੈਂ ਗਿਫਟਿੰਗ ਦਾ ਨਹੀਂ ਮਸ਼ਵਰਾ ਦੇਵਾਂਗਾ, ਲੇਕਿਨ ਜਿੰਨੇ ਵੀ ਸਾਡੇ ਕਮਜ਼ੋਰ ਭੈਣ ਭਾਈ ਪਾਕਿਸਤਾਨ ਦੇ ਵਿੱਚ ਬੈਠੇ ਨੇ ਉਹਨਾਂ ਦੀ ਸਪੋਰਟ ਕਰੋ। ਔਰ ਸੋਸ਼ਲ ਮੀਡੀਆ ਦੇ ਹਵਾਲੇ ਨਾਲ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਸੋਸ਼ਲ ਮੀਡੀਆ ਤੇ ਲੱਗੇ ਰਹਿਣ ਕਿ ਜਾਂ ਸੋਸ਼ਲ ਮੀਡੀਆ ਤੋਂ ਬਚਣਾ ਚਾਹੀਦਾ? ਦੇਖੋ ਜੀ, ਸੋਸ਼ਲ ਮੀਡੀਆ ਜਿਹੜਾ ਹੈ ਇਹ ਅੱਛਾ ਪਲੇਟਫਾਰਮ ਹੈ। ਇਹਨੂੰ ਤੁਸੀਂ ਯੂਜ਼ ਕਰਨਾ ਅਗਰ ਸਿੱਖ ਗਏ ਹੋ ਨਾ, ਉਹਦੇ ਵਿੱਚ 2 ਚੀਜ਼ਾਂ ਨੇ, ਚਾਹੇ ਤੁਸੀਂ ਗਲਤ ਪਾਸੇ ਟੁਰ ਜਾਓ, ਚਾਹੇ ਸਹੀ ਪਾਸੇ ਟੁਰ ਜਾਓ, ਉਹ ਤੁਹਾਡੇ ਆਪਣੇ ਤੇ ਮਨਸਰ ਹੈ। ਜਿਹੜਾ ਵੀ ਬੰਦਾ ਸੋਸ਼ਲ ਮੀਡੀਆ ਯੂਜ਼ ਕਰਦਾ ਹੈ ਉਹ ਗਲਤ ਪਾਸੇ ਵੀ ਜਾ ਸਕਦਾ, ਉਹ ਸਹੀ ਪਾਸੇ ਵੀ ਜਾ ਸਕਦਾ। ਅਗਰ ਸਹੀ ਪਾਸੇ ਉਹ ਚਲਾ ਹੋਵੇ ਤਾਂ ਠੀਕ ਹੈ। ਤੇ ਜਿਹੜੀ ਪਾਕਿਸਤਾਨੀ ਕਮਿਊਨਿਟੀ ਹੈ ਯੂਨਾਨ 'ਚ, ਉਹਦੇ ਵਾਸਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਉਹ ਕਿਸ ਤਰੀਕੇ ਨਾਲ ਰਹਿਣ ਤੇ ਇੱਥੇ ਬਾਇਜ਼ਤ ਤਰੀਕੇ ਨਾਲ ਔਰ ਪਾਕਿਸਤਾਨ ਦਾ ਵਕਾਰ ਵੀ ਬੁਲੰਦ ਕਰ ਸਕਦੇ ਨੇ, ਇੱਜ਼ਤ ਔਰ ਵਕਾਰ? ਅਸੀਂ ਬਈ ਦੇਖੋ, ਇਹ ਪਾਕਿਸਤਾਨ ਨਹੀਂ ਅਸੀਂ ਬੈਠੇ, ਅਸੀਂ ਕਿਸੇ ਦੇ ਕੰਟਰੀ ਦੇ ਅੰਦਰ ਬੈਠੇ ਹਾਂ। ਇੱਜ਼ਤ ਦਿਓ ਦੇ ਤੇ ਇੱਜ਼ਤ ਲੱਭੇ ਦੀ। ਬਿਲਕੁਲ। ਅਗਰ ਤੁਸੀਂ ਇੱਜ਼ਤ ਨਾਲ ਲੋਕਾਂ ਦੀ ਨਹੀਂ ਕਰੋ ਤੇ ਤੁਹਾਡੀ ਇੱਜ਼ਤ ਨਹੀਂ ਕਰਾਂਦੇ। ਚੰਦ ਇੱਕ ਇੰਤਸ਼ਾਰ ਪਸੰਦ ਐਸੇ ਲੋਕੀ ਸਨ ਪਿਛਲੇ ਚੰਦ ਇੱਕ ਸਾਲਾਂ ਦੇ ਵਿੱਚ, ਜਿਨ੍ਹਾਂ ਦੀ ਵਜ੍ਹਾ ਤੋਂ ਇਤਨੀ ਸਖਤੀ ਹੋਈ ਹੈ ਕਿ ਦੂਜੇ ਵੀ ਜਿੰਨੇ ਇਸ ਟਾਈਮ ਪਾਕਿਸਤਾਨ ਕਮਿਊਨਿਟੀ ਉਹਨਾਂ ਤੋਂ ਸਖਤੀਆਂ ਵੱਧ ਗਈਆਂ ਨੇ ਔਰ ਬਹੁਤ ਜ਼ਿਆਦਾ ਲੋਕਾਂ ਨੂੰ ਨੁਕਸਾਨ ਹੋਏ, ਇੱਥੋਂ ਡਿਪੋਰਟ ਹੋਏ ਨੇ। ਤੇ ਮੈਂ ਉਹਨਾਂ ਨੇ ਇਹ ਮੈਸੇਜ ਦੇਵਾਂਗਾ ਜਿਹੜੇ ਹੁਣ ਇਸ ਪਾਕਿਸਤਾਨ ਕਮਿਊਨਿਟੀ ਦੇ ਵਿੱਚ ਹਨ ਕਿ ਅਗਰ ਤੁਹਾਡੇ ਉੱਤੇ ਕੋਈ ਬੰਦਾ ਜ਼ੁਲਮ ਵੀ ਕਰਦਾ ਹੈ ਨਾ, ਤੁਹਾਨੂੰ ਬਰਦਾਸ਼ਤ ਕਰਨਾ ਸਿੱਖੋ। ਤੇ ਯੂਨਾਨ 'ਚ ਜ਼ਿਆਦਾ ਦੋਸਤ ਕਰੀਬ ਤਰ ਰਹੇ ਨੇ ਕਿ ਜਾਂ ਪਾਕਿਸਤਾਨ 'ਚ ਜਿਹੜੇ ਬਚਪਨ ਦੇ ਦੋਸਤ ਨੇ ਉਹ ਜ਼ਿਆਦਾ ਕਰੀਬ ਤਰ ਨੇ ਮੌਜੂਦਾ ਜਿਹੜੇ ਮਾਮਲਾਤਾਂ ਦੇ ਵਿੱਚ? ਜੀ ਜੀ,
ਦੇਖੋ ਮੈਂ ਮੇਰੀ ਜ਼ਿੰਦਗੀ ਦਾ ਇੱਕ ਅਸੂਲ ਹੈ ਕਿ ਮੈਂ ਜਿਹਦੇ ਨਾਲ ਸਲਾਮ ਲੈਣਾ, ਕੋਸ਼ਿਸ਼ ਮੇਰੀ ਹੁੰਦੀ ਹੈ ਕਿ ਉਹਦੇ ਨਾਲ ਮੇਰੀ ਸਲਾਮ ਦੁਆ ਪੂਰੀ ਜ਼ਿੰਦਗੀ ਰਵੇ। ਪਾਕਿਸਤਾਨ ਦੇ ਵਿੱਚ ਜਿਹੜੇ ਦੋਸਤ ਨੇ ਉਹ ਵੀ ਰਾਬਤੇ ਵਿੱਚ ਨੇ, ਜਿਹੜੇ ਇੱਥੇ ਦੋਸਤ ਨੇ ਉਹ ਅੱਗੇ ਫਿਰ ਮੇਰੇ ਨਜ਼ਦੀਕ ਨੇ, ਕੋਲ ਨੇ। ਅੱਛਾ, ਪ੍ਰਦੇਸ਼ ਦੇ ਵਿੱਚ ਕੋਈ ਐਸਾ ਦੋਸਤ ਹੈ ਜਿਹਨੂੰ ਤੁਸੀਂ ਯਾਨੀ ਕਿ ਜਦੋਂ ਵੀ ਕਾਲ ਕਰੋ ਜਾਂ ਜਦੋਂ ਕੋਈ ਮੁਸੀਬਤ ਜਾਂ ਪ੍ਰੋਬਲਮ ਬਣੀ ਹੈ ਤਾਂ ਤੁਹਾਡੇ ਨਾਲ ਉਹ ਬਿਲਕੁਲ ਸਟੈਂਡ ਬਾਈ ਹੋ ਜਾਏ? ਜੀ ਜੀ ਬਿਲਕੁਲ, ਐਸੇ ਯੂਨਾਨ ਦੇ ਵਿੱਚ ਵੀ ਹਨ, ਪਾਕਿਸਤਾਨ ਦੇ ਵਿੱਚ ਵੀ ਹਨ ਦੋਸਤ। ਇਸ ਤੋਂ ਪਹਿਲੇ ਇੱਕ ਮਿਸਾਲ ਹੈ, ਮੈਂ ਇੱਥੇ ਜੇਲ੍ਹ ਵਿੱਚ ਫੜਿਆ ਗਿਆ ਸੀ, ਜੇਲ੍ਹ ਵਿੱਚ ਸੀ ਤੇ ਮੈਂ ਹਾਲਾਂਕਿ ਕਾਲ ਵੀ ਨਹੀਂ ਸੀ ਕੀਤੀ, ਪਿੱਛੇ ਦੋਸਤਾਂ ਮੇਰੇ ਨੂੰ ਪਤਾ ਲੱਗਾ, ਉਹਨੇ ਵਕੀਲ ਸਾਰਾ ਕੁਝ, 1.5 ਮਹੀਨੇ ਦੇ ਅੰਦਰ ਅੰਦਰ ਮੈਂ ਬਾਹਰ ਆ ਗਿਆ। ਭਾਈ ਮੁਖਤਾਰ ਜੀ, ਜਿਹੜੇ ਇੱਥੇ ਤੁਹਾਡੇ ਨਾਲ ਬੰਦੇ ਆਏ ਨੇ ਪਾਕਿਸਤਾਨ ਤੋਂ ਯਾਨੀ ਕਿ 10 ਸਾਲ ਪਹਿਲਾਂ, ਉਹਨਾਂ ਦੇ ਹਵਾਲੇ ਨਾਲ ਤੁਸੀਂ ਕੀ ਕਮੈਂਟਸ ਕਰਨਾ ਚਾਹੁੰਦੇ ਹੋ ਕਿ ਸਾਰੇ ਇੱਥੇ ਹੀ ਮੌਜੂਦ ਨੇ ਜਾਂ ਅੱਗੇ ਚਲੇ ਗਏ ਨੇ, ਅੱਗੇ ਜਾ ਕੇ ਲਾਈਫ ਬਿਹਤਰ ਹੈ ਜਾਂ ਯੂਨਾਨ 'ਚ ਹੀ ਬਿਹਤਰ ਮੁਸਤਕਬਲ ਤੁਸੀਂ ਗੁਜ਼ਾਰ ਰਹੇ ਹੋ? ਦੇਖੋ, ਇਹ ਆਪਣੀ ਜਿਸ ਤਰ੍ਹਾਂ ਦੀ ਜ਼ਿੰਦਗੀ ਇਨਸਾਨ ਦੀ ਪਾਕਿਸਤਾਨ ਦੇ ਵਿੱਚ ਹੁੰਦੀ ਹੈ ਨਾ, ਇਸੇ ਤਰ੍ਹਾਂ ਦੀ ਜ਼ਿੰਦਗੀ ਪ੍ਰਦੇਸ਼ ਦੇ ਵਿੱਚ ਵੀ ਹੁੰਦੀ ਹੈ। ਕੁਝ ਲੋਕੀ ਨੇ ਉਹ ਮਜਬੂਰੀਆਂ ਦੇ ਤਹਿਤ ਅੱਗੇ ਚਲੇ ਗਏ ਨੇ, ਕੁਝ ਲੋਕੀ ਨੇ ਉਹ ਇੱਥੋਂ ਦੇ ਮਾਹੌਲ ਤੋਂ, ਉਹਨਾਂ ਨੂੰ ਮਾਹੌਲ ਨਹੀਂ ਸੀ ਪਸੰਦ, ਅਗਲਾ ਮਾਹੌਲ ਪਸੰਦ ਸੀ। ਲੇਕਿਨ ਜਿਹੜਾ ਯੂਨਾਨ ਦਾ ਮਾਹੌਲ ਹੈ, ਅੱਜ ਵੀ ਉਹ ਲੋਕੀ ਯੂਨਾਨ ਨੂੰ ਯਾਦ ਕਰਦੇ ਨੇ ਕਿ ਯੂਨਾਨ ਜਿਹਾ ਮਾਹੌਲ ਕਿਸੇ ਜਗ੍ਹਾ ਤੇ ਨਹੀਂ ਹੈ। ਯਾਨੀ ਜਿਹੜੇ ਦੋਸਤ ਤੁਹਾਡੇ ਅੱਗੇ ਗਏ ਨੇ ਉਹ ਕਹਿੰਦੇ ਨੇ ਯੂਨਾਨ ਬੈਸਟ ਹੈ? ਜੀ ਬਿਲਕੁਲ, ਉਹ ਕਹਿੰਦੇ ਨੇ। ਕਿਉਂ? ਉਹਦੇ ਵਿੱਚ ਇੱਕ ਦਿਹਾੜੀ ਵੀ ਇੱਥੇ ਅੱਛੀ ਮਿਲ ਰਹੀ ਹੈ, ਕਾਰੀਗਰ ਹੈ ਕਾਰੀਗਰ ਦੇ ਹਿਸਾਬ ਤੇ, ਅਗਰ ਮਜ਼ਦੂਰ ਹੈ ਮਜ਼ਦੂਰ ਦੇ ਹਿਸਾਬ ਤੇ। ਉਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਨੇ ਉਹ ਬਹੁਤ ਸਸਤੀਆਂ ਨੇ ਇੱਥੇ। ਤੇ ਅੱਗੇ ਜਿਹੜੇ ਚਲੇ ਗਏ ਨੇ ਉਹਨਾਂ ਨੇ ਉਹ ਪੇਪਰ ਵਗੈਰਾ ਮਿਲਣ ਤੋਂ ਬਾਅਦ ਉੱਥੇ ਖੁਸ਼ ਨੇ ਕਿ ਜਾਂ ਉਹ ਕਹਿੰਦੇ ਨੇ ਕਿ ਫਿਲਹਾਲ ਯੂਨਾਨ ਬੈਸਟ ਹੈ, ਯਾਨੀ ਕਿ ਆਪੇ 'ਚ ਬੰਦਾ ਮਿਲ ਜੁਲ ਕੇ ਬਹਿ ਸਕਦਾ ਹੈ? ਜੀ ਬਿਲਕੁਲ, ਕਈ ਐਸੇ ਲੋਕ ਵੀ ਹਨ ਜਿਹੜੇ ਯੂਨਾਨ ਉੱਥੇ ਅਗਲੇ ਪੇਪਰ ਲੈ ਕੇ ਇੱਥੇ ਕੰਮ ਪੇ ਕਰਦੇ ਨੇ, ਉਹ ਵਾਪਸ ਆਏ ਨੇ, ਯਾਨੀ ਕਿ ਉਹਨਾਂ ਨੂੰ ਮਾਹੌਲ ਉੱਥੋਂ ਦਾ ਨਹੀਂ ਪਸੰਦ ਲੱਗਾ, ਉਹ ਇੱਥੇ ਕਰਾਉਂਦੇ ਨੇ ਪਏ। ਯਾਨੀ ਤੁਹਾਡੇ ਖਿਆਲ ਨਾਲ ਯੂਨਾਨ ਠੀਕ ਹੈ? ਯੂਨਾਨ ਮੇਰੀਆਂ ਨਜ਼ਰਾਂ ਯੂਨਾਨ ਬੈਸਟ ਹੈ। ਪਤਾ ਨਹੀਂ ਦੁਨੀਆ ਫਿਰ ਸ਼ਾਇਦ ਕਹਿੰਦੀ ਹੋਵੇ ਕਿ ਛੋਟਾ ਮੁਲਕ ਹੈ। ਉਹ ਤਾਂ ਬਾਤ ਸਹੀ, ਤੁਹਾਡੇ ਦੋਸਤ ਵੀ ਅੱਗੇ ਚਲੇ ਗਏ ਨੇ ਤੇ ਤੁਸੀਂ ਇਸ ਵਜ੍ਹਾ ਤੋਂ ਅੱਗੇ ਨਹੀਂ ਗਏ ਕਿ ਇੱਥੇ ਤੁਹਾਨੂੰ ਬਹੁਤ ਅੱਛਾ ਲੱਗਦਾ? ਦੇਖੋ ਸੀ ਬਾਈ, ਇੱਥੇ ਇੱਕ ਤੇ ਡੇਰੇਦਾਰੀ ਦਾ ਸਿਸਟਮ ਬੜਾ ਪਿਆਰਾ ਹੈ। ਅਗਰ ਤੁਸੀਂ ਮੇਰੇ ਕੋਲ ਆ ਜਾਂਦੇ ਹੋ, ਮੈਂ ਤੁਹਾਡੇ ਕੋਲ ਚਲਾ ਜਾਣਾ, 2-4 ਦਿਨ 10 ਦਿਨ ਇੱਕ ਦੂਜੇ ਕੋਲ ਰਹਿ ਰਹਿੰਦੇ ਹਾਂ, ਤੇ ਸਾਨੂੰ ਨਾ ਖਰਚੇ ਦੀ ਟੈਨਸ਼ਨ ਹੈ, ਨਾ ਕੋਈ ਖਾਣ ਪੀਣ ਦੀ ਟੈਨਸ਼ਨ ਹੈ, ਦੁਨੀਆ ਦੀ ਸਾਨੂੰ ਕੋਈ ਟੈਨਸ਼ਨ ਨਹੀਂ ਹੈ। ਇਸ ਲਿਹਾਜ਼ ਤੇ ਇਹ ਸੇਮ ਪਾਕਿਸਤਾਨ ਵਾਲਾ ਜਿਹੜਾ ਮਾਹੌਲ ਹੈ, ਇਸ ਵਾਸਤੇ ਮੈਂ ਅੱਗੇ ਜਾਣਾ ਨਹੀਂ ਪਸੰਦ ਕਰਦਾ, ਕਮ ਅਜ਼ ਕਮ ਇੱਥੇ ਬਿਹਤਰ ਹੈ। ਤੇ ਹੁਣ ਅਗਰ ਤੁਹਾਨੂੰ ਮੌਕਾ ਮਿਲੇ ਕਿ ਯੂਨਾਨ ਦਾ ਪਾਸਪੋਰਟ ਫਾਰ ਐਗਜ਼ਾਮਪਲ ਤੁਹਾਨੂੰ ਮਿਲ ਜਾਂਦਾ, ਤੁਸੀਂ ਯੂਨਾਨ ਰਹਿਣਾ ਕੰਟੀਨਿਊ ਪਸੰਦ ਕਰੋਗੇ ਜਾਂ ਪਾਕਿਸਤਾਨ ਜਾ ਕੇ ਆਪਣੇ ਬੱਚਿਆਂ ਨਾਲ ਰਹਿਣਾ ਪਸੰਦ ਕਰੋਗੇ, ਜਾਂ ਫਿਰ ਉਹਨਾਂ ਨੂੰ ਵੀ ਤੁਸੀਂ ਇੱਥੇ ਯੂਨਾਨ ਹੀ ਲੈਣਾ ਪਸੰਦ ਕਰੋਗੇ? ਦੇਖੋ ਜੀ, ਕੋਸ਼ਿਸ਼ ਕਰਾਂਗੇ, ਕਿਉਂ ਅਗਰ ਮੈਂ 10 ਸਾਲ ਇੱਥੇ ਗੁਜ਼ਾਰਿਆ ਨੇ, ਮੇਰਾ ਇੱਕ ਅੱਛਾ ਵਕਤ ਗੁਜ਼ਰਿਆ, ਕੋਸ਼ਿਸ਼ ਮੈਂ ਕਰਾਂਗਾ ਕਿ ਬੱਚਿਆਂ ਦਾ ਵੀ ਸੈਟਅਪ ਇੱਥੇ ਬਣਾਵਾਂ ਮੈਂ। ਯਾਨੀ ਫਿਰ ਕੋਸ਼ਿਸ਼ ਆਈ ਹੈ ਕਿ ਫੈਮਿਲੀ ਨੂੰ ਵੀ ਇੱਥੇ ਜੀ ਲਿਆਇਆ ਜੀ ਜਾਏ? ਬਿਲਕੁਲ। ਚਲੋ ਜੀ, ਅੱਲਾਹ ਤਾਲਾ ਜ਼ਾਤ ਤੁਹਾਨੂੰ ਮਜ਼ੀਦ ਕਾਮਯਾਬੀ ਔਰ ਆਸਾਨੀਆਂ ਤਾ ਫਰਮਾਏ। ਹਾਂ। ਤੇ ਮਜ਼ੀਦ ਜਿਹੜੀ ਪਾਕਿਸਤਾਨੀ ਕਮਿਊਨਿਟੀ ਉਹਦੇ ਵਾਸਤੇ ਵੀ ਦੁਆ ਕਰਨੀ ਚਾਹੀਦੀ ਹੈ। ਇਨਸ਼ਾਅੱਲਾ ਤੇ ਇਨਸ਼ਾਅੱਲਾ। ਜਿੰਨੀ ਯੰਗ ਯੂਥ ਹੈ, ਤੁਹਾਨੂੰ ਪਤਾ ਕਿ ਇੱਥੇ ਬਹੁਤ ਜ਼ਿਆਦਾ ਪ੍ਰੋਬਲਮਾਂ ਪਾਕਿਸਤਾਨੀਆਂ ਨੂੰ ਇਸ ਵਾਸਤੇ ਵੇਖਣ ਨੂੰ ਮਿਲੀਆਂ ਨੇ ਕਿ ਟ੍ਰੇਨਾਂ ਬੱਸਾਂ ਜਾਂ ਅੱਗੇ ਪਿੱਛੇ ਜਿਹੜੀ ਐਕਟੀਵਿਟੀਆਂ ਜੀ ਨੇ। ਜੀ ਤੇ ਭਾਈ ਮੁਖਤਾਰ, ਤੁਹਾਡੇ ਟਾਈਮ ਦੇ ਅੰਦਰ ਬਹੁਤ ਜ਼ਿਆਦਾ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਟਾਈਮ ਕੱਢਿਆ। ਕੋਈ ਗੱਲ ਨਹੀਂ। ਤੇ ਬਾਕੀ ਹੋਰ ਕੋਈ ਅਗਰ ਤੁਹਾਡੇ ਦਿਲ 'ਚ ਕੋਈ ਮੈਸੇਜ ਆਇਆ, ਕੋਈ ਡਿਲੀਵਰ ਕਰਨਾ ਚਾਹੁੰਦੇ ਹੋ ਸਪੈਸ਼ਲੀ ਤੌਰ ਤੇ ਜਿਹੜੇ ਯੂਨਾਨ 'ਚ ਸਾਡੇ ਪਾਕਿਸਤਾਨੀ ਨੇ, ਤੇ ਉਹ ਤੁਸੀਂ 10 ਸਾਲ ਦੇ ਆਪਣੇ ਤਜਰਬੇ ਦੇ ਮੁਤਾਬਕ ਮੈਸੇਜ ਇੱਕ ਡਿਲੀਵਰ ਕਰ ਦਿਓ। ਦੇਖੋ ਜੀ, ਜਿੰਨੇ ਵੀ ਸਾਡੇ ਪਾਕਿਸਤਾਨੀ ਇੱਥੇ ਰਹਿੰਦੇ ਨੇ ਪਏ, ਉਹਨਾਂ ਵਾਸਤੇ ਇੱਕ ਛੋਟਾ ਜਿਹਾ ਇੱਕ ਮੈਸੇਜ ਹੈ ਕਿ ਜਿੰਨੇ ਵੀ ਸਾਡੇ ਇੱਥੇ ਭਾਈ ਹਨ, ਅਗਰ ਕਿਸੇ ਕੋਲ ਕੰਮ ਨਹੀਂ ਹੈ ਉਹਨੂੰ ਕੰਮ ਲਵਾਓ। ਅਗਰ ਕਿਸੇ ਬੰਦੇ ਨੂੰ ਕਿਸੇ ਕਿਸਮ ਦੀ ਸਪੋਰਟ ਚਾਹੀਦੀ ਹੈ, ਉਹਦੀ ਸਪੋਰਟ ਕਰੋ। ਅਗਰ ਮੇਰਾ ਯੂਨਾਨ ਦੀ ਜਿਤਨੀ ਕਮਿਊਨਿਟੀ ਹੈ, ਅਗਰ ਕਿਸੇ ਬੰਦੇ ਕੋਲ ਕੰਮ ਨਹੀਂ ਹੈ, ਉਹਨੂੰ ਕੋਈ ਸਪੋਰਟ ਦੀ ਜ਼ਰੂਰਤ ਹੈ, ਜਨਾਬ ਮੈਂ ਹਾਜ਼ਰ ਹਾਂ। ਤੇ ਤੁਸੀਂ ਆਪਣਾ ਨੰਬਰ ਵੀ ਮੈਂਸ਼ਨ ਕਰ ਦਿਓ ਜੀ ਜੀ। ਔਰ ਆਪਣਾ ਜਿਹੜਾ ਤੁਹਾਡਾ ਆਈਡੀ ਹੈ ਜਿਹੜਾ ਕਿ ਟਿਕਟਾਕ ਦੇ ਹਵਾਲੇ ਨਾਲ ਉਹ ਵੀ ਮੈਂਸ਼ਨ ਕਰ ਦਿਓ। ਅਗਰ ਕੋਈ ਦੂਸਰਾ ਕੋਈ ਐਂਕਰ ਜਾਂ ਕੋਈ ਵੀ ਬੰਦਾ ਇੰਟਰਵਿਊ ਕਰਨਾ ਚਾਹੇ ਤੁਹਾਡਾ, ਤਾਂ ਤੁਹਾਡਾ ਈਜ਼ੀਲੀ ਤਰੀਕੇ ਨਾਲ ਰਾਬਤਾ ਕਰ ਸਕੇ। ਜੀ ਬਿਲਕੁਲ। 6945 60305 ਇਹ ਮੇਰਾ ਨੰਬਰ ਹੈ। ਔਰ ਉਸ ਤੋਂ ਬਾਅਦ ਜਿਹੜੀ ਮੇਰੀ ਟਿਕਟਾਕ ਦੀ ਆਈਡੀ ਹੈ ਉਹ ਸ਼ਹਿਨਸ਼ਾਹ ਸਰਕਾਰ ਦੇ ਨਾਂ ਦੀ ਹੈ, ਤੇ ਉਹ ਮੈਂ ਜਨਾਬ ਹੁਣ ਕੱਢ ਕੇ ਤੁਹਾਨੂੰ ਸਾਹਮਣੇ ਸ਼ੋਅ ਵੀ ਕਰ ਦੇਣਾ। ਤੇ ਉਰਦੂ ਦੇ ਵਿੱਚ ਸ਼ਹਿਨਸ਼ਾਹ ਸਰਕਾਰ ਲਿਖਿਆ ਜਨਾਬ ਜੀ। ਔਰ ਇਹ ਵੀਡੀਓ ਸਕਰੀਨ ਤੇ ਵੀ ਤੁਹਾਨੂੰ ਇਹਨਾਂ ਦਾ ਨੰਬਰ ਵੀ ਮੈਂਸ਼ਨ ਕਰ ਦਿੱਤਾ ਗਿਆ ਹੈ, ਔਰ ਜਿਹੜੀ ਆਈਡੀ ਹੈ ਟਿਕਟਾਕ ਦੀ ਉਹ ਵੀ ਮੈਂਸ਼ਨ ਕਰ ਦਿੱਤੀ ਗਈ ਹੈ। ਅਗਰ ਕਿਸੇ ਵੀਰ ਭਰਾ ਨੂੰ ਯੂਨਾਨ ਦੇ ਅੰਦਰ ਕੰਮ ਦੀ ਪ੍ਰੋਬਲਮ ਹੈ, ਉਹ ਵੀ ਭਾਈ ਮੁਖਤਾਰ ਨਾਲ ਰਾਬਤਾ ਕਰ ਸਕਦਾ ਹੈ। ਔਰ ਉਸ ਤੋਂ ਬਾਅਦ ਅਗਰ ਕੋਈ ਵੀ ਉਹਨਾਂ ਦਾ ਇੰਟਰਵਿਊ ਕਰਨਾ ਚਾਹੇ ਪਰਸਨਲ ਤੌਰ ਤੇ ਆ ਕੇ ਉਹ ਵੀ ਕਰ ਸਕਦਾ ਹੈ, ਕਿਉਂਕਿ ਉਹਨਾਂ ਨੇ ਤਕਰੀਬਨ 10 ਕਰੋੜ ਦੇ ਕਰੀਬ ਸੋਸ਼ਲ ਮੀਡੀਆ ਐਪਸ ਦੇ ਉੱਤੇ ਗਿਫਟਿੰਗ ਕਰ ਦਿੱਤੀ। ਔਰ ਬਿਲਕੁਲ ਹੈ
ਜੈਨੂਇਨ ਤਰੀਕੇ ਨਾਲ ਬਾਤ ਕਰ ਰਹੇ ਨੇ। ਇਸ ਵਾਸਤੇ ਅਗਰ ਕਿਸੇ ਨੂੰ ਕੋਈ ਡਾਊਟ ਹੋਏ ਤਾਂ ਆ ਕੇ ਉਹਨਾਂ ਦਾ ਸਪੈਸ਼ਲ ਇੰਟਰਵਿਊ ਕਰ ਸਕਦਾ ਹੈ। ਅੱਛਾ ਮੁਖਤਾਰ ਭਾਈ, ਅਗਰ ਕੋਈ ਦੂਸਰਾ ਬੰਦਾ ਤੁਹਾਡਾ ਇੰਟਰਵਿਊ ਕਰਨਾ ਚਾਹੇ, ਤੁਹਾਡੇ ਨਾਲ ਰਾਬਤਾ ਕਰ ਲੈਂਦਾ, ਤੇ ਤੁਸੀਂ ਈਜ਼ੀਲੀ ਯਾਨੀ ਉਹਨੂੰ ਟਾਈਮ ਦੇ ਦੋਗੇ, ਜਾਂ ਤੁਸੀਂ ਕੋਈ 2 4 5 10 ਦਿਨ ਤੁਹਾਨੂੰ ਲੱਗ ਜਾਣਗੇ? ਤੁਸੀਂ ਫ੍ਰੀ ਹੁੰਦੇ ਹੋ ਸਾਰਾ ਦਿਨ? ਇਹ ਜਿੰਨੇ ਵੀ ਪਾਕਿਸਤਾਨੀ ਇੱਥੇ ਹਨ ਸਾਰੇ ਆਪਣੇ ਆਪਣੇ ਕੰਮ ਦੇ ਵਿੱਚ ਮਸਰੂਫ ਹੁੰਦੇ ਨੇ। ਅਗਰ ਉਹ ਕੋਈ ਮੇਰੇ ਨਾਲ ਬੰਦਾ ਰਾਬਤਾ ਕਰਦਾ ਹੈ ਤੇ ਕੋਸ਼ਿਸ਼ ਕਰਾਂਗੇ ਕਿ ਜਿੰਨੀ ਜਲਦੀ ਹੋ ਸਕੇ, ਕਿਉਂ ਕੁਝ ਐਸੀਆਂ ਮਸਰੂਫੀਅਤਾਂ ਹੁੰਦੀਆਂ ਨੇ ਜਿਨ੍ਹਾਂ ਦੀ ਵਜ੍ਹਾ ਤੋਂ ਬੰਦਾ ਥੋੜਾ ਬਿਜ਼ੀ ਵੀ ਹੁੰਦਾ ਹੈ, ਤੇ ਕੋਸ਼ਿਸ਼ ਕਰਾਂਗੇ ਅਗਰ ਕੋਈ ਐਸਾ ਬੰਦਾ ਹੈ ਤਾਂ ਉਹਨੂੰ ਟਾਈਮ ਦੇਵਾਂਗੇ, ਲਾਜ਼ਮੀ ਟਾਈਮ ਦੇਵਾਂਗੇ। ਕਿਉਂਕਿ ਬਹੁਤ ਸਾਰੇ ਬੰਦੇ ਇਹ ਵੀ ਸੋਚਦੇ ਨੇ ਸ਼ਾਇਦ ਬੰਦਾ ਜਾਣ ਕੇ ਗੱਲਬਾਤ ਸੁਣਾ ਰਿਹਾ, ਯਾਨੀ ਕੋਈ ਨਹੀਂ। ਇਸ ਵਜ੍ਹਾ ਤੋਂ ਤੁਸੀਂ ਨੰਬਰ ਆਪਣਾ ਮੈਂਸ਼ਨ ਕਰ ਦਿੱਤਾ ਹੈ, ਤੇ ਅਗਰ ਕੋਈ ਕਰਨਾ ਚਾਹੇ ਤੇ ਤੁਸੀਂ ਉਹਦੇ ਨਾਲ ਰਾਬਤੇ 'ਚ ਹੀ ਹੋ? ਜੀ ਬਿਲਕੁਲ ਜਨਾਬ, ਮੇਰਾ 24 ਘੰਟੇ ਨੰਬਰ ਆਨ ਹੁੰਦਾ ਹੈ। ਇਸੇ ਨੰਬਰ ਤੇ ਮੇਰਾ WhatsApp ਹੈ। ਅਗਰ ਕਿਸੇ ਬੰਦੇ ਨੂੰ ਇਸ ਚੀਜ਼ ਦਾ ਸ਼ੱਕ ਸ਼ੁਬਾ ਹੋਵੇ ਕਿ ਇਹ ਬੰਦਾ ਝੂਠ ਬੋਲ ਰਿਹਾ, ਸਬੂਤ ਮੇਰੇ ਕੋਲ ਨੇ, ਆ ਜਾਵੇ ਪਿੜੇ ਵਿੱਚ, ਉਹ ਵੀ ਇੱਥੇ, ਅਸੀਂ ਵੀ ਇੱਥੇ। ਯਾਨੀ ਹੁਣ ਟਿਕਟਾਕ ਤੇ ਪੂਰਾ ਲੋਹਾ ਮਨਵਾਓਗੇ ਯੂਨਾਨ 'ਚ? ਜੀ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ, ਲੇਕਿਨ ਥੋੜਾ ਡਿਫਰੈਂਟ ਕਰਾਂਗੇ। ਚਲੋ ਤੁਹਾਡਾ ਆਪਣਾ ਪਲਾਨ ਹੈ। ਕਿਉਂ ਉਹਦੇ 'ਚ ਇੱਕ ਦੋ ਚੀਜ਼ਾਂ ਜਿਹੜੀਆਂ, ਮੇਰਾ 10 ਸਾਲ ਆਪਣਾ ਜਿਹੜਾ ਤਜਰਬਾ ਹੈ ਉਸ ਹਿਸਾਬ ਨਾਲ ਚੱਲਾਂਗੇ। ਕਿਉਂ ਇੱਥੇ 3% 4% ਟਿਕਟਾਕ ਲੈ ਜਾਂਦਾ, ਜਿਹੜਾ ਪੈਸਾ ਅਸੀਂ ਕਰਨੇ ਆ ਨਾ, ਗਿਫਟਿੰਗ ਕਰਨੇ ਆ, 3-4% ਉਹ ਟਿਕਟਾਕ ਲੈ ਜਾਂਦੀ ਹੈ। ਤੇ ਕੋਸ਼ਿਸ਼ ਕਰਾਂਗੇ ਕਿ ਡਾਇਰੈਕਟ ਲੋਕਾਂ ਦੀ ਜਿਹੜੀ ਸਪੋਰਟ ਹੋ ਸਕੇ ਨਾ, ਉਸ ਹਿਸਾਬ ਤੇ ਜ਼ਿਆਦਾ ਚੱਲਾਂਗੇ ਹੁਣ। ਯਾਨੀ ਤੁਸੀਂ ਕੋਈ ਫਲਾਈ ਕੰਮ ਵੀ ਕਰਨ ਦਾ ਤੁਹਾਡਾ ਇੱਥੇ ਮਨਸੂਬਾ ਹੈ? ਜੀ ਗਿਫਟ ਵਗੈਰਾ, ਯਾਨੀ ਕਿ ਅਗਰ ਦੇਣਾ ਕਿਸੇ ਨੂੰ ਕੋਈ ਵੀ ਚੀਜ਼, ਮੈਂ ਇੱਕ ਮਿਸਾਲ ਦੇਣਾ, ਇੱਕ ਮੋਟਰਸਾਈਕਲ ਅਸੀਂ ਦਿੰਦੇ ਹਾਂ, ਉਹ ਡਾਇਰੈਕਟ ਬੰਦੇ ਨੂੰ ਚਲਾ ਜਾਏਗਾ। ਉਹਦੇ ਵਿੱਚ ਨਾ ਟਿਕਟਾਕ ਖਾਵੇ ਦੇ, ਨਾ ਦੂਸਰਾ ਖਾਵੇ ਦਾ, ਨਾ ਤੀਸਰਾ ਖਾਵੇ ਦਾ। ਇਸ ਤਰ੍ਹਾਂ ਕੋਸ਼ਿਸ਼ ਕਰਾਂਗੇ ਕਿ ਥੋੜਾ ਡਿਫਰੈਂਟ ਕਰੀਏ। ਯਾਨੀ ਪੂਰੀ ਜਿਹੜੀ ਤੁਹਾਡੀ ਟੀਮ ਹੈ ਸੋਸ਼ਲ ਮੀਡੀਆ ਤੇ, ਜਿਹੜੀ ਤੁਹਾਡੀ ਜਿਹਨੂੰ ਤੁਸੀਂ ਫੈਮਿਲੀ ਦਾ ਨਾਮ ਦਿੱਤਾ ਹੈ, ਉਹ ਸਾਰੀ ਟੀਮ ਤੁਹਾਡੇ ਨਾਲ ਸਟੈਂਡ ਬਾਈ ਹੈ? ਕਿਸੇ ਦੀ ਤੁਸੀਂ ਅਗਰ ਹੈਲਪ ਕਰ ਦਿਓ, ਕੋਈ ਨਾਮ ਅਨਾਉਂਸ ਕਰ ਦਿਓ, ਤਾਂ ਤੁਹਾਡੇ ਨਾਲ ਉਹ ਸਾਰੇ ਇਕੱਠੇ ਹੋ ਕੇ ਕਰਦੇ ਨੇ? ਨਹੀਂ। ਇਹਦੇ ਵਿੱਚ ਦੇਖੋ, ਕੋਈ ਵੀ ਕਰਦਾ ਹੁੰਦਾ ਨਾ, ਸਰਬਰਾਹ ਹੁੰਦਾ, ਤੇ ਉਹ ਹੀ ਹਮੇਸ਼ਾ ਕਰਦਾ, ਲੇਕਿਨ ਇਹ ਇੱਕ ਫੈਮਿਲੀ ਉਹਦੇ ਤੋਂ ਫਿਰ ਖੁਸ਼ ਹੁੰਦੀ ਹੈ। ਮੇਰੇ ਨਾਲ ਜਿੰਨੇ ਵੀ ਲੋਕੀ ਜੁੜੇ ਸਨ, ਜਿਹੜੀ ਮੇਰੀ ਇੱਕ ਫੈਮਿਲੀ ਬਣੀ ਸੀ, ਉਹਨਾਂ ਵਿੱਚ ਤਕਰੀਬਨ 85% ਗਰੀਬ ਲੋਕ ਸਨ। 15% ਇਸ ਤਰ੍ਹਾਂ ਦੇ ਸਨ ਜਿਨ੍ਹਾਂ ਨੂੰ ਮੈਂ ਕਹਿੰਦਾ ਸੀ, ਜਿਹੜੇ ਮੇਰੀ ਟੀਮ ਨਾਲ ਜੁੜੇ ਸੀ, ਕਿ ਇਸ ਬੰਦੇ ਨੂੰ ਇਤਨੀ ਗਿਫਟਿੰਗ ਕਰਨੀ ਹੈ, ਇਹਦਾ ਇਤਨਾ ਟਾਸਕ ਕਰਨਾ ਹੈ, ਉਹ ਕਰਦੇ ਸੀ। ਜੀ ਬਿਹਤਰ ਹੋ ਗਿਆ। ਔਰ ਭਾਈ ਮੁਖਤਾਰ, ਤੁਸੀਂ ਆਪਣਾ ਕੀਮਤੀ ਟਾਈਮ ਕੱਢਿਆ, ਤੁਹਾਡੀ ਮੁਹੱਬਤ ਤੇ ਬਹੁਤ ਜ਼ਿਆਦਾ ਮਸ਼ਕੂਰ ਹਾਂ। ਔਰ ਜਿੰਨੇ ਵੀਰ ਭਰਾ ਵੇਖਣ ਵਾਲੇ ਹੋ, ਤਮਾਮ ਦੁਆਵਾਂ ਯਾਦ ਰੱਖਿਓ। ਮਿਲਦੇ ਹਾਂ ਅਨਦਰ ਵੀਡੀਓ ਦੇ ਵਿੱਚ। ਥੈਂਕ ਯੂ ਫॉर ਵਾਚਿੰਗ। ਪਾਕਿਸਤਾਨ ਜ਼ਿੰਦਾਬਾਦ।